ਸਤਿਕਾਰਯੋਗ ਗੁਰੂ ਰੂਪ ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਜੈ ਲਖਦਾਤਾ ਪੀਰ ਦੀ, ਮੌਜ ਫਕੀਰ ਦੀ। ਜੇ ਤੁਹਾਡੇ ਬੱਚੇ ਭਗਤੀ ਕਰਨਾ ਚਾਹੁੰਦੇ ਆ, ਬੰਦਗੀ ਕਰਨਾ ਚਾਹੁੰਦੇ ਆ, ਤਾਂ ਆਪਣੇ ਬੱਚਿਆਂ ਨੂੰ ਰੋਕਿਆ ਨਾ ਕਰੋ, ਸਗੋਂ ਉਹਨਾਂ ਦਾ ਹੌਸਲਾ ਅਫਜ਼ਾਈ ਕਰਿਆ ਕਰੋ, ਹਿੰਮਤ ਦਿਆ ਕਰੋ, ਹਨਾ। ਤੁਹਾਡਾ ਬੱਚਾ ਪਰਮਾਤਮਾ ਵੱਲ ਜਾਣਾ ਚਾਹੁੰਦਾ ਆ, ਭਗਤੀ ਕਰਨਾ ਚਾਹੁੰਦਾ, ਉਹਨੂੰ ਰੋਕਿਆ ਨਾ ਕਰੋ, ਉਹਦਾ ਸਾਥ ਦਿਆ ਕਰੋ। ਤੁਸੀਂ ਆਪ ਤਾਂ ਸਾਰੀ ਜ਼ਿੰਦਗੀ ਭਗਤੀ ਨਹੀਂ ਕੀਤੀ, ਜੇ ਤੁਹਾਡੇ ਅੱਜ ਬੱਚੇ ਭਗਤੀ ਕਰਨਾ ਚਾਹੁੰਦੇ ਆ, ਬੰਦਗੀ ਕਰਨਾ ਚਾਹੁੰਦੇ ਆ, ਫਿਰ ਤੁਸੀਂ ਕਰਨ ਕਿਉਂ ਨਹੀਂ ਦੇ ਰਹੇ? ਸਮਾਜ 'ਚ ਜਾਈਦਾ, ਬੜਾ ਕੁਝ ਦੇਖਣ ਨੂੰ ਸੁਣਨ ਨੂੰ ਮਿਲਦਾ ਆ, ਮਨ 'ਚ ਸਵਾਲ ਵੀ ਪੈਦਾ ਹੁੰਦੇ ਆ ਕਿ ਸਾਡਾ ਸਮਾਜ ਅੱਜ ਕਿੱਧਰ ਜਾ ਰਿਹਾ। ਜੋ ਇਕੱਠਾ ਕਰਨਾ ਉਹ ਇਕੱਠਾ ਕਰਦਾ ਨਹੀਂ ਹੈਗਾ, ਜਿਹੜਾ ਇਕੱਠਾ ਜਿਸ ਚੀਜ਼ ਦੀ ਲੋੜ ਹੀ ਨਹੀਂ ਹੈ ਨਹੀਂ, ਉਹਨੂੰ ਇਕੱਠਾ ਕਰਨ ਤੇ ਲੱਗਿਆ ਹੈ। ਤੁਸੀਂ ਭਗਤੀ ਦੇ ਰਾਸਤੇ ਚੱਲਦੇ ਹੋ, ਪ੍ਰਭੂ ਦੇ ਰਾਸਤੇ ਚੱਲਦੇ ਹੋ, ਰੂਹਾਨੀ ਸਫ਼ਰ ਵੱਲ ਚੱਲਦੇ ਹੋ, ਤਾਂ ਕਿਸੇ ਗੱਲਾਂ ਦੀ ਪਰਵਾਹ ਨਾ ਕਰਿਆ ਕਰੋ। ਸੱਜੇ ਖੱਬੇ ਦੇਖਣ ਦੀ ਲੋੜ ਨਹੀਂ ਹੈਗੀ। ਕੌਣ ਕੀ ਕਹਿੰਦਾ ਹੈਗਾ, ਅੱਛਾ ਕਹਿੰਦਾ, ਬੁਰਾ ਕਹਿੰਦਾ, ਇਹ ਗੱਲਾਂ ਵਿੱਚ ਫਸਣ ਦੀ ਲੋੜ ਨਹੀਂ ਹੈਗੀ। ਤੁਸੀਂ ਰੋਜ਼ ਆਪਣਾ ਅਭਿਆਸ ਕਰਦੇ ਰਹੋ, ਰੋਜ਼ ਭਜਨ ਸੇਵਾ ਦਾ ਅਭਿਆਸ ਕਰਦੇ ਰਿਹਾ ਕਰੋ। ਜਦੋਂ ਵੀ ਸਮਾਂ ਮਿਲਦਾ ਉਹਦੀ ਯਾਦ ਦੇ ਵਿੱਚ ਬੈਠ ਜਾਇਆ ਕਰੋ, ਜਦੋਂ ਵੀ ਸਮਾਂ ਮਿਲਦਾ ਹੈ। ਉਦੋਂ ਤੱਕ ਟੇਕੇ ਨਾ ਬੈਠੋ, ਸ਼ਾਂਤ ਨਾ ਬੈਠੋ, ਜਦ ਤੱਕ ਤੁਸੀਂ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ। ਜਦੋਂ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਗਏ, ਫਿਰ ਕੋਈ ਇਹਨਾਂ ਗੱਲਾਂ ਦੀ ਫਿਰ ਕੋਈ ਪਰਵਾਹ ਨਹੀਂ ਹੈਗੀ। ਉਦੋਂ ਤੱਕ ਟੇਕੇ ਨਾ ਬੈਠੋ, ਉਹ ਰੋਜ਼ ਭਜਨ ਸੇਵਾ ਦਾ ਅਭਿਆਸ ਕਰੋ, ਆਪਣਾ ਰੋਜ਼ ਬੰਦਗੀ ਕਰੋ ਆਪਣੀ। ਇੱਥੇ ਆ ਜਾਓ, ਬਸ ਅੰਤਰ ਦੇ ਵਿੱਚ ਜੋਤ ਦਰਸ਼ਨ ਕਰ ਲਓ, ਪ੍ਰਕਾਸ਼ ਦੇਖ ਲਓ। ਉਹ ਤਾਂ ਡਟ ਕੇ ਮਿਹਨਤ ਕਰੋ, ਆਪਣਾ ਵੱਧ ਤੋਂ ਵੱਧ ਸਮਾਂ ਲਗਾਓ ਭਗਤੀ ਦੇ ਵਿੱਚ। ਜਦੋਂ ਵੀ ਸਮਾਂ ਮਿਲਦਾ ਉਹਦੀ ਯਾਦ ਵਿੱਚ ਬਹਿ ਜਾਓ, ਉਸ ਮੰਜ਼ਿਲ ਤੱਕ ਪਹੁੰਚੋ। ਉਸ ਤੋਂ ਬਾਅਦ ਅਸਲੀ ਸਫ਼ਰ ਸ਼ੁਰੂ ਹੋਣਾ ਆ। ਉਸ ਤੋਂ ਪਹਿਲਾਂ ਜੋ ਵੀ ਤੁਹਾਨੂੰ ਕੋਈ ਮਾੜਾ ਚੰਗਾ ਬੋਲਦਾ ਆ, ਉਹਦੇ ਗੱਲਾਂ ਵੱਲ ਧਿਆਨ ਨਾ ਦਿਓ, ਕਿਉਂਕਿ ਇਹ ਸੰਸਾਰ ਆ, ਇਹਨੂੰ ਜਿੱਤਿਆ ਨਹੀਂ ਜਾ ਸਕਦਾ। ਕਹਿੰਦੇ ਦਾਤੀ ਨੂੰ ਇੱਕ ਪਾਸੇ ਦੰਦੇ ਹੁੰਦੇ ਆ, ਪਰ ਇਹ ਦੁਨੀਆ ਨੂੰ ਦੋਨਾਂ ਪਾਸੇ ਦੰਦੇ ਆ। ਜੇ ਤੁਸੀਂ ਚੰਗਾ ਕਰੋਗੇ ਤਾਂ ਵੀ ਇਹਨਾਂ ਨੇ ਬੋਲਣਾ ਹੀ ਬੋਲਣਾ, ਮਾੜਾ ਕਰੋਗੇ ਫਿਰ ਤਾਂ ਬੋਲਣਾ ਹੀ ਬੋਲਣਾ ਆ। ਇਹਨੇ ਬੋਲਣ ਤੋਂ ਨਹੀਂ ਹਟਣਾ। ਤੇ ਇਸ ਕਰਕੇ ਤੁਸੀਂ ਇਹ ਚੀਜ਼ਾਂ ਦੀ, ਇਹ ਗੱਲਾਂ ਦੀ ਪਰਵਾਹ ਨਹੀਂ ਕਰਨੀ ਹੈਗੀ। ਤੁਸੀਂ ਆਪਣਾ ਸਿੱਧਾ ਚੱਲਦੇ ਰਹੋ, ਆਪਣਾ ਰੋਜ਼ ਅਭਿਆਸ ਕਰਦੇ ਰਹੋ। ਘੋੜੇ ਵਾਂਗੂ ਆਪਣੇ ਅੱਖਾਂ ਦੇ ਅੱਗੇ ਦਾ ਪਟੇ ਪਾ ਲਓ। ਸੱਜੇ ਖੱਬੇ ਦੇਖਣ ਦੀ ਲੋੜ ਨਹੀਂ ਹੈਗੀ, ਕੁਛ ਮਨ 'ਚ ਕੋਈ ਵਿਚਾਰ ਲਿਆਉਣ ਦੀ ਲੋੜ ਨਹੀਂ ਹੈਗੀ। ਬਸ ਤੁਸੀਂ ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸੇਵਾ ਦਾ ਅਭਿਆਸ ਕਰਦੇ ਰਹੋ। ਤੁਹਾਡਾ ਜੋ ਨਿਸ਼ਾਨਾ ਹੈਗਾ ਉੱਥੇ ਧਿਆਨ ਫੋਕਸ ਕਰੋ, ਆਪਣਾ ਉੱਥੇ ਧਿਆਨ ਇਕਾਗਰ ਕਰੋ। ਇੱਕ ਛੋਟੀ ਜਿਹੀ ਕਹਾਣੀ ਆ, ਫੇਸਬੁੱਕ ਤੇ ਪੜ੍ਹੀ ਸੀ ਕਿ ਇੱਕ ਬੇਟੀ ਆਪਣੇ ਪਿਤਾ ਜੀ ਨੂੰ ਕਹਿੰਦੀ ਪਿਤਾ ਜੀ, ਅੱਜ ਤੋਂ ਬਾਅਦ ਮੈਂ ਨਹੀਂ ਮੰਦਿਰ ਜਾਇਆ ਕਰਨਾ, ਮੈਨੂੰ ਤੁਸੀਂ ਮੰਦਿਰ ਜਾਣ ਲਈ ਨਾ ਕਿਹੋ, ਮੈਂ ਅੱਜ ਤੋਂ ਬਾਅਦ ਮੰਦਿਰ ਨਹੀਂ ਜਾਣਾ। ਉੱਥੇ ਮੰਦਿਰ 'ਚ ਮੈਂ ਦੇਖਦੀ ਹਾਂ ਕਿ ਲੋਕ ਭਜਨ ਸਿਮਰਨ ਕਰਦੇ ਆ, ਗੱਲਾਂ ਕਰੀ ਜਾਂਦੇ ਆ, ਮੋਬਾਈਲ ਤੇ ਖੇਡੀ ਜਾ ਰਹੇ ਆ, ਇੱਕ ਦੂਜੇ ਬੁਰਾਈਆਂ ਕਰੀ ਜਾ ਰਹੇ ਆ। ਮੈਂ ਅੱਜ ਤੋਂ ਬਾਅਦ ਮੰਦਿਰ ਨਹੀਂ ਜਾਣਾ, ਮੈਂ ਆਪਣੇ ਘਰੇ ਬੈਠ ਕੇ ਸਿਮਰਨ ਕਰ ਲਾਂਗੀ। ਤਾਂ ਪਿਤਾ ਜੀ ਸੂਝਵਾਨ ਸੀ, ਸਿਆਣੇ ਸੀ, ਆਪਣੀ ਉਮਰ ਦਾ ਤਜਰਬਾ ਵੀ ਸੀ, ਔਰ ਪ੍ਰਭੂ ਦੇ ਨਾਲ ਜੁੜੇ ਵੀ ਹੋਏ ਸੀ। ਤਾਂ ਉਸ ਪਿਤਾ ਨੇ ਆਪਣੀ ਬੇਟੀ ਨੂੰ ਕਿਹਾ, ਬੇਟੀ
ਤੂੰ ਆ ਇੱਕ ਗਲਾਸ ਲੈ ਜਾ ਦੁੱਧ ਦਾ ਤੇ ਸਮੁੰਦਰ ਦੀ ਪਰਿਕਰਮਾ ਕਰ, ਪਰ ਇਸ ਗਲਾਸ ਵਿੱਚੋਂ ਇੱਕ ਵੀ ਬੂੰਦ ਬਾਹਰ ਗਿਰਨੀ ਨਹੀਂ ਚਾਹੀਦੀ। ਤੂੰ ਇਸ ਮੰਦਰ ਦੀ 3 ਵਾਰ ਪਰਿਕਰਮਾ ਕਰ। ਜਦੋਂ ਉਸ ਬੇਟੀ ਨੇ ਹੱਥ ਵਿੱਚ ਦੁੱਧ ਦਾ ਗਲਾਸ ਲਿੱਤਾ ਤੇ ਉਸ ਮੰਦਰ ਦੀ ਪਰਿਕਰਮਾ ਕਰਨ ਲੱਗੀ। ਜੋ 3 ਵਾਰ ਪਰਿਕਰਮਾ ਕੀਤੀ ਤਾਂ ਪਿਤਾ ਜੀ ਨੇ ਕਿਹਾ ਕਿ ਬੇਟੀ, ਤੈਨੂੰ ਕੁਛ ਆਲੇ ਦੁਆਲੇ ਨਜ਼ਰ ਆਇਆ? ਤੈਨੂੰ ਕਿਸੇ ਦੀ ਕੋਈ ਗੱਲ ਸੁਣੀ? ਤੈਨੂੰ ਕਿਸੇ ਮੋਬਾਈਲ ਦੀ ਆਵਾਜ਼ ਸੁਣੀ? ਕੋਈ ਤੈਨੂੰ ਬੁਰਾਈ ਕਰਨ ਵਾਲਾ ਸੁਣਿਆ? ਬੇਟੀ ਕਹਿੰਦੀ, ਨਹੀਂ ਪਿਤਾ ਜੀ, ਮੈਂ ਕੋਈ ਨਹੀਂ ਸੁਣਿਆ, ਮੇਰਾ ਧਿਆਨ ਤਾਂ ਦੁੱਧ ਦੇ ਵਿੱਚ ਸੀ ਕਿ ਦੁੱਧ ਦਾ ਇੱਕ ਬੂੰਦ ਨਾ ਡੁੱਲ ਜਾਵੇ, ਤੇ ਇਸ ਕਰਕੇ ਮੈਨੂੰ ਕੋਈ ਆਵਾਜ਼ ਨਹੀਂ ਸੁਣੀ, ਨਾ ਮੈਂ ਇੱਧਰ ਉੱਧਰ ਦੇਖਿਆ। ਤਾਂ ਪਿਤਾ ਜੀ ਹੱਸ ਕੇ ਕਹਿੰਦੇ, ਬੇਟੇ ਬਸ ਇਹੀ ਆਪਣੀ ਜ਼ਿੰਦਗੀ ਦਾ ਇੱਕ ਨਿਯਮ ਬਣਾ ਲਾ। ਤੇਰਾ ਨਿਸ਼ਾਨਾ ਜੋ ਹੈਗਾ ਉਸ ਨਿਸ਼ਾਨੇ ਤੇ ਆਪਣਾ ਧਿਆਨ ਫੋਕਸ ਰੱਖੋ, ਜੋ ਤੁਹਾਡੀ ਮੰਜ਼ਿਲ ਆ। ਤੁਸੀਂ ਮੰਦਰ ਆਉਂਦੇ ਹੋ, ਆਪਣੇ ਪ੍ਰਭੂ ਦੇ ਵੱਲ ਧਿਆਨ ਦਿਓ, ਆਪਣੇ ਗੁਰੂ ਦੇ ਵੱਲ ਧਿਆਨ ਦਿਓ, ਮੁਰਸ਼ਿਦ ਵੱਲ ਧਿਆਨ ਦਿਓ। ਆਪਣਾ ਕੌਣ ਕੀ ਕਰਦਾ ਪਿਆ ਇਹ ਦੇਖਣ ਦੀ ਲੋੜ ਨਹੀਂ ਹੈਗੀ। ਤੁਸੀਂ ਆਪਣੇ ਰਾਸਤੇ ਸਿੱਧੇ ਕਰੋ, ਆਪਣੇ ਰਾਸਤੇ ਦੇ ਕੰਢੇ ਇਕੱਠੇ ਕਰਨ ਦੀ ਕੋਸ਼ਿਸ਼ ਕਰੋ। ਤੁਹਾਨੂੰ ਇੱਧਰ ਉੱਧਰ ਦੇਖਣ ਦੀ ਲੋੜ ਨਹੀਂ ਹੈਗੀ, ਫਿਰ ਤੁਸੀਂ ਸੁਖੀ ਰਹੋਗੇ। ਜੇ ਤੁਸੀਂ ਇੱਧਰ ਉੱਧਰ ਦੇਖੋਗੇ ਤਾਂ ਮਨ ਦੇ ਵਿੱਚ ਤੁਹਾਡੇ ਵਿਚਾਰ ਚੱਲਣੇ ਆ, ਤਰ੍ਹਾਂ ਤਰ੍ਹਾਂ ਦੇ ਸਵਾਲ ਪੈਦਾ ਹੋਣੇ ਆ। ਜਦੋਂ ਮਨ ਦੇ ਵਿੱਚ ਵਿਚਾਰ ਚੱਲੋਗੇ, ਤਰ੍ਹਾਂ ਤਰ੍ਹਾਂ ਦੇ ਮਨ ਦੇ ਵਿੱਚ ਸਵਾਲ ਆਉਣਗੇ, ਤਾਂ ਤੁਸੀਂ ਧਿਆਨ ਤੇ ਭਜਨ ਸਿਮਰਨ ਦੇ ਵਿੱਚ ਨਹੀਂ ਪਾਸ ਹੋ ਸਕਦੇ। ਤੁਹਾਡਾ ਜੋ ਤੁਸੀਂ ਭਜਨ ਸਿਮਰਨ ਦੇ ਬੈਠਣਾ, ਬੰਦਗੀ ਦੇ ਬੈਠਣਾ, ਭਗਤੀ ਦੇ ਬੈਠਣਾ, ਉਦੋਂ ਤੁਹਾਡਾ ਧਿਆਨ ਨਹੀਂ ਲੱਗਣਾ, ਕਿਉਂਕਿ ਤੁਹਾਡੇ ਧਿਆਨ ਦੇ ਵਿੱਚ ਦੁਨੀਆਦਾਰੀ ਦੇ ਵਿਚਾਰ ਚੱਲਦੇ ਪਏ ਨੇ। ਕੌਣ ਕੀ ਕਰਦਾ ਉਹਦੇ ਵਿਚਾਰ ਚੱਲਦੇ ਪਏ ਨੇ, ਕੋਈ ਚੰਗਾ ਮਾੜਾ ਕਰਦਾ ਉਹਦੇ ਵਿਚਾਰ ਚੱਲਦੇ। ਜਦ ਤੱਕ ਤੁਹਾਡਾ ਮਨ ਇਹ ਸ਼ਾਂਤ ਨਹੀਂ ਹੁੰਦਾ, ਤੁਹਾਡੇ ਵਿਚਾਰ ਨਹੀਂ ਖਤਮ ਹੁੰਦੇ, ਤਦ ਤੱਕ ਤੁਸੀਂ ਅਸਲੀ ਆਨੰਦ ਨਹੀਂ ਲੈ ਸਕਦੇ ਸਿਮਰਨ ਦਾ। ਤਾਂ ਇਸ ਕਰਕੇ ਮੇਰੇ ਭੈਣੋ ਤੇ ਭਰਾਵੋ, ਤੁਸੀਂ ਆਪਣਾ ਧਿਆਨ, ਜਿਹੜੀ ਤੁਹਾਡੀ ਮੰਜ਼ਿਲ ਹੈਗਾ, ਜੋ ਤੁਹਾਡਾ ਜ਼ਿੰਦਗੀ ਦਾ ਨਿਸ਼ਾਨਾ ਹੈਗਾ, ਆਪਣਾ ਧਿਆਨ ਉੱਥੇ ਰੱਖੋ ਔਰ ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਿਹਾ ਕਰੋ। ਇਹ ਜੀਵਨ ਬਾਰ-ਬਾਰ ਨਹੀਂ ਮਿਲਦਾ, ਇਸ ਜੀਵਨ ਦੀ ਕਦਰ ਕਰੋ। ਠੀਕ ਆ, ਇਹ ਸਰੀਰ ਕਿਰਾਏ ਦਾ ਘਰ ਹੈਗਾ, 50-60 ਸਾਲ ਲਈ ਮਿਲਿਆ, 70 ਸਾਲ ਲਈ ਮਿਲਿਆ। ਸਾਡੇ ਦਾਦੇ ਚਲੇ ਗਏ, ਪੜਦਾਦੇ ਚਲੇ ਗਏ, ਮਾਂ-ਬਾਪ ਵੀ ਚਲੇ ਗਏ, ਅਸੀਂ ਵੀ ਚਲੇ ਜਾਣਾ। ਦਾਦੇ ਵੀ ਚਲੇ ਗਏ, ਪੜਦਾਦੇ ਵੀ ਚਲੇ ਗਏ, ਆਪਣੀ ਅੱਖਾਂ ਨਾਲ ਦੇਖਦੇ ਪਏ ਆ, ਸੰਸਾਰ 'ਚੋਂ ਜਾਂਦੇ ਦੁਨੀਆ ਦੇਖਦੇ ਪਏ ਆ। ਇੱਕ ਦਿਨ ਅਸੀਂ ਵੀ ਚਲੇ ਜਾਣਾ। ਤਾਂ ਉਹ ਜ਼ਿੰਦਗੀ ਦਾ ਜੋ ਮਕਸਦ ਆ, ਉਹਨੂੰ ਜਿੰਦੇ ਜੀ ਪੂਰਾ ਕਰ ਲਵੋ। ਆਪਣੀ ਨਾਮ ਸਿਮਰਨ ਦੀ ਕਮਾਈ ਇਕੱਠੀ ਕਰ ਲਵੋ। ਸੰਸਾਰ ਦੀ ਕਮਾਈ ਦੇ ਨਾਲ ਨਾਲ ਨਾਮ ਸਿਮਰਨ ਦੀ ਕਮਾਈ ਵੀ ਜ਼ਰੂਰ ਇਕੱਠੀ ਕਰਦੇ ਰਿਹਾ ਕਰੋ। ਇਹ ਛੋਟੀ ਛੋਟੀ ਕਹਾਣੀਆਂ ਹੁੰਦੀਆਂ, ਇਹ ਸਮਝਾਉਣ ਦਾ ਬਹੁਤ ਸੌਖਾ ਤਰੀਕਾ ਹੁੰਦਾ ਆ। ਇਸ ਕਰਕੇ ਸੰਤ, ਮਹਾਂਪੁਰਸ਼, ਫਕੀਰ, ਗੁਰੂ ਮਹਾਰਾਜ ਇਹ ਛੋਟੀ ਛੋਟੀ ਸਾਨੂੰ ਕਹਾਣੀਆਂ ਸੁਣਾਉਂਦੇ ਆ। ਇਹ ਸਮਝਾਉਣ ਦਾ ਬੜਾ ਸੌਖਾ ਤਰੀਕਾ ਹੁੰਦਾ। ਇਹ ਕੋਈ ਮਨ ਘੜਤ ਕਹਾਣੀਆਂ ਨਹੀਂ ਹੁੰਦੀਆਂ। ਇਹ ਆਪਣੇ ਬਜ਼ੁਰਗਾਂ ਦੇ, ਗੁਰੂਆਂ ਮਹਾਰਾਜ ਦੇ, ਸੰਤਾਂ ਮਹਾਂਪੁਰਸ਼ਾਂ ਦੇ ਪ੍ਰੈਕਟੀਕਲ ਅਨੁਭਵ ਹੁੰਦੇ ਨੇ, ਤੇ ਉਹ ਕਹਾਣੀਆਂ ਦੁਆਰਾ ਆਪਾਂ ਨੂੰ ਕਹਾਣੀ ਬਣਾ ਕੇ ਆਪਾਂ ਨੂੰ ਸੁਣਾ ਦਿੰਦੇ ਨੇ। ਠੀਕ ਹੈ ਨਾ? ਤੇ ਇਸ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਆਪਣੇ ਜੀਵਨ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰੋ। ਜੋ ਤੁਹਾਡੇ ਗੁਰੂ ਤੁਹਾਨੂੰ ਕਹਿ ਰਿਹਾ ਕਿ ਬੇਟੇ ਬੰਦਗੀ ਕਰੋ, ਸਿਮਰਨ ਕਰੋ, ਇੱਕ ਕੰਮ ਕਰੋ, ਤੁਹਾਡੇ 1000 ਕੰਮ ਮੈਂ ਕਰਾਂਗਾ, ਬਸ ਤੁਸੀਂ ਸਿਮਰਨ ਕਰੋ। ਬਸ ਸਵੇਰੇ ਅੰਮ੍ਰਿਤ ਵੇਲੇ ਸੰਭਾਲ ਕਰੋ, ਅੰਮ੍ਰਿਤ ਵੇਲੇ ਉੱਠ ਕੇ ਆਪਣਾ ਨਿਤਨੇਮ ਪੂਰਾ ਕਰਕੇ, ਭਜਨ ਸਿਮਰਨ ਦਾ ਅਭਿਆਸ ਕਰਕੇ, ਫਿਰ ਆਪਣੇ ਸੰਸਾਰ ਦੇ ਕੰਮ ਧੰਦੇ ਕਰਿਆ ਕਰੋ। ਰੋਜ਼ ਅਭਿਆਸ ਕਰੋਗੇ ਤਾਂ ਇੱਕ ਨਾ ਇੱਕ ਦਿਨ ਤੁਹਾਡੀ ਜ਼ਰੂਰ ਗੱਲ ਬਣ ਜਾਵੇਗੀ। ਇੱਕ ਵਾਰ ਇਸੇ ਤਰ੍ਹਾਂ ਗੁਰੂ ਤੇ ਸ਼ਿਸ਼ੇ ਬੈਠੇ ਸੀ, ਤੇ ਗੁਰੂ ਦੇ ਮਨ ਦੇ ਵਿੱਚ ਆਇਆ ਕਿ ਇਸ ਬੱਚੇ ਨੂੰ ਕੋਈ ਨਵੀਂ ਸਿੱਖਿਆ ਦਿੱਤੀ ਜਾਵੇ,
ਕੁਝ ਸਮਝਾਇਆ ਜਾਵੇ, ਕਿਉਂਕਿ ਇਹਦੇ ਸਵਾਲ ਬੜੇ ਨੇ। ਇਹ ਹਮੇਸ਼ਾ ਮੈਨੂੰ ਦੁਨੀਆਦਾਰੀ ਦੇ ਸਵਾਲ ਕਰਦਾ ਆ ਤੇ ਇਹਨੂੰ ਕੋਈ ਨਾ ਕੋਈ ਸਿੱਖਿਆ ਦਿੱਤੀ ਜਾਵੇ। ਤਾਂ ਗੁਰੂ ਨੇ ਆਪਣੇ ਸ਼ਿష్ਯ ਨੂੰ ਕਿਹਾ ਕਿ ਬੇਟੇ, ਆ ਕੁੱਤਾ ਹੈਗਾ, ਇਹ ਕੁੱਤੇ ਨੂੰ ਜਾ ਬਾਹਰ ਘੁਮਾ ਕੇ ਲੈ ਕੇ ਆ, ਪਿੰਡ ਦੇ ਬਾਹਰ ਇਸ ਕੁੱਤੇ ਨੂੰ ਘੁਮਾ ਕੇ ਲੈ ਕੇ ਆ। ਤਾਂ ਸ਼ਿਸ਼ਯ ਉਸ ਕੁੱਤੇ ਨੂੰ ਨਾਲ ਲੈ ਕੇ ਪਿੰਡ ਵੱਲ ਘੁਮਾਉਣ ਲੈ ਚੱਲਿਆ। ਜਦੋਂ ਪਿੰਡ ਦੇ ਬਾਹਰ ਘੁਮਾ ਕੇ ਉਹ ਕੁੱਤੇ ਨੂੰ ਲੈ ਕੇ ਆ ਰਿਹਾ ਸੀ ਤਾਂ ਰਸਤੇ 'ਚ ਹੋਰ ਕੁੱਤੇ ਉਸ ਕੁੱਤੇ ਨੂੰ ਦੇਖ ਕੇ ਉਹਦੇ ਮਗਰ ਪੈ ਗਏ। ਉਹ ਸ਼ਿਸ਼ਯ ਨੇ ਕੁੱਤੇ ਨੂੰ ਬੜੀ ਕੋਸ਼ਿਸ਼ ਕੀਤੀ ਖਿੱਚਣ ਦੀ, ਨਾਲ ਲੈ ਜਾਣ ਦੀ, ਪਰ ਉਹ ਕੁੱਤਾ ਦੂਜੇ ਕੁੱਤਿਆਂ ਦੇ ਵਿੱਚ ਉਲਝਿਆ ਪਿਆ ਰਿਹਾ। ਉਹ ਲੜਾਈ ਝਗੜਾ ਕਰਦੇ ਰਹੇ ਆਪਸ ਵਿੱਚ ਤੇ ਹਾਰ ਕੇ ਉਹ ਸ਼ਿਸ਼ਯ ਇਕੱਲਾ ਹੀ ਆਪਣੇ ਆਸ਼ਰਮ ਦੇ ਕੋਲ ਪਹੁੰਚ ਗਿਆ। ਜਦੋਂ ਆਸ਼ਰਮ ਪਹੁੰਚਿਆ ਤਾਂ ਉਸ ਗੁਰੂ ਨੇ ਉਸ ਬੇਟੇ ਨੂੰ ਕਿਹਾ ਕਿ ਬੇਟੇ, ਕੁੱਤਾ ਕਿੱਥੇ ਆ? ਤੂੰ ਇਕੱਲਾ ਹੀ ਜਲਦੀ ਪਹੁੰਚ ਗਿਆ, ਇੰਨੀ ਜਲਦੀ ਆ ਗਿਆ, ਤੇ ਕੁੱਤਾ ਕਿੱਥੇ ਰਹਿ ਗਿਆ? ਕਹਿੰਦੇ ਮਹਾਰਾਜ, ਮੈਂ ਕੁੱਤੇ ਨੂੰ ਘੁਮਾਉਣ ਗਿਆ ਸੀ, ਪਰ ਹੋਰ ਕੁੱਤਿਆਂ ਨੂੰ ਦੇਖ ਕੇ ਉਹ ਆਪਸ ਵਿੱਚ ਲੜ ਪਏ ਤੇ ਇਸ ਕਰਕੇ ਮੈਂ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਉਹਨੂੰ ਸਮਝਾ ਨਹੀਂ ਪਾਇਆ ਤੇ ਆਪ ਹੀ ਮੈਂ ਇਕੱਲਾ ਆ ਗਿਆ। ਤਾਂ ਗੁਰੂ ਨੇ ਕਿਹਾ ਕਿ ਬੇਟੇ, ਇਹੀ ਗੱਲ ਤੋਂ ਕੁਝ ਸਿੱਖ ਲਵਾ। ਜਦੋਂ ਅਸੀਂ ਸੰਸਾਰ ਦੀਆਂ ਗੱਲਾਂ ਵੱਲ ਧਿਆਨ ਦੇਵਾਂਗੇ, ਇੱਧਰ ਉੱਧਰ ਦੀਆਂ ਗੱਲਾਂ ਵੱਲ ਧਿਆਨ ਦੇਵਾਂਗੇ, ਕਿੰਤੂ ਪਰੰਤੂ ਕਰਾਂਗੇ, ਕਦੇ ਵੀ ਅਸੀਂ ਭਜਨ ਸਿਮਰਨ ਵਿੱਚ ਕਾਮਯਾਬ ਨਹੀਂ ਹੋ ਸਕਦੇ। ਲੜਾਈ ਕਰਨ ਨੂੰ ਕੀ ਆ, 1 ਮਿੰਟ ਲੱਗਦਾ ਕਿਸੇ ਨਾਲ ਲੜਾਈ ਕਰਨ ਲੱਗੇ, 1 ਸੈਕਿੰਡ ਲੱਗਦਾ ਕਿਸੇ ਨਾਲ ਝਗੜਾ ਕਰਨ ਲੱਗੇ, ਪਰ 2 ਮਿੰਟ ਅਗਰ ਤੁਸੀਂ ਸ਼ਾਂਤੀ ਵਰਤ ਲਈ, ਆਪਣੇ ਮਨ ਨੂੰ ਸਮਝਾ ਲਿਆ, ਤਾਂ ਵੱਡੀ ਤੋਂ ਵੱਡੀ ਵੀ ਬਲਾ ਟਾਲ ਸਕਦੀ ਆ, ਵੱਡੀ ਤੋਂ ਵੱਡੀ ਮੁਸੀਬਤ ਵੀ ਟਾਲ ਸਕਦੀ ਆ। ਇਸ ਕਰਕੇ ਬੇਟੇ, ਤੁਸੀਂ ਇੱਧਰ ਉੱਧਰ ਸੱਜੇ ਖੱਬੇ ਧਿਆਨ ਨਹੀਂ ਦੇਣਾ, ਆਪਣਾ ਧਿਆਨ ਪ੍ਰਭੂ ਦੇ ਚਰਨਾਂ ਵਿੱਚ ਰੱਖਣਾ। ਜੋ ਤੁਹਾਡੇ ਜੀਵਨ ਦਾ ਮਕਸਦ ਆ, ਜੋ ਤੁਹਾਡੇ ਜੀਵਨ ਦਾ ਨਿਸ਼ਾਨਾ ਆ, ਉੱਥੇ ਆਪਣਾ ਧਿਆਨ ਫੋਕਸ ਕਰਕੇ ਰੋਜ਼ ਆਪਣਾ ਸਿਮਰਨ ਕਰਦੇ ਰਿਹਾ ਕਰੋ। ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ ਬਹੁਤ ਕੰਢੇ ਨੇ, ਪੈਰ ਪੈਰ ਤੇ ਕੰਢੇ ਨੇ। ਤੁਸੀਂ ਕਿੰਨੇ ਕੰਢੇ ਇਕੱਠੇ ਕਰੋਗੇ? ਦੁਨੀਆ ਦੇ ਕੰਢੇ ਇਕੱਠੇ ਕਰਨ ਦੀ ਬਜਾਏ ਤੁਸੀਂ ਆਪਣੇ ਪੈਰਾਂ ਦੇ ਵਿੱਚ ਹੀ ਬੂਟ ਪਾ ਲਵੋ ਕਿ ਉਹ ਕੰਢਿਆਂ ਤੋਂ ਤੁਹਾਡਾ ਬਚਾਅ ਹੋ ਸਕੇ। ਸੰਸਾਰ ਕੰਢਿਆਂ ਨਾਲ ਭਰਿਆ ਪਿਆ ਆ। ਤੁਹਾਡੇ ਇੰਨੀ ਭਗਤੀ ਨਹੀਂ ਹੈਗੀ, ਤੁਹਾਡੇ ਇੰਨੀ ਹਿੰਮਤ ਨਹੀਂ ਹੈਗੀ ਤੁਸੀਂ ਸੰਸਾਰ ਦੇ ਕੰਢੇ ਇਕੱਠੇ ਕਰ ਸਕੋ। ਇਸ ਕਰਕੇ ਤੁਸੀਂ ਆਪਣੇ ਹੀ ਪੈਰਾਂ ਦੇ ਵਿੱਚ ਬੂਟ ਪਾ ਲਵੋ ਕਿ ਤੁਹਾਡਾ ਕੰਢਿਆਂ ਤੋਂ ਬਚਾਅ ਹੋ ਸਕੇ। ਠੀਕ ਹੈ ਨਾ? ਆਪਣਾ ਧਿਆਨ ਪ੍ਰਭੂ ਦੇ ਚਰਨਾਂ ਵਿੱਚ ਲਗਾਓ। ਜੋ ਤੁਹਾਡੇ ਗੁਰੂ ਨੇ, ਤੁਹਾਡੇ ਮੁਰਸ਼ਦ ਨੇ, ਤੁਹਾਡੇ ਪੀਰ ਨੇ, ਤੁਹਾਡੇ ਫਕੀਰ ਨੇ ਤੁਹਾਨੂੰ ਜੋ ਨਾਮ ਸ਼ਬਦ ਦਿੱਤਾ, ਉਹਦਾ ਅਭਿਆਸ ਕਰੋ। ਦੁਨੀਆ ਵਿੱਚ ਉਲਝਣ ਦੀ ਕੋਸ਼ਿਸ਼ ਨਾ ਕਰੋ, ਬਚਣ ਦੀ ਕੋਸ਼ਿਸ਼ ਕਰੋ। ਕਿਸੇ ਨੇ ਗਾਲ ਕੱਢ ਦਿੱਤੀ, ਤੁਸੀਂ ਵੀ 2 ਗਾਲਾਂ ਕੱਢ ਦਿੱਤੀਆਂ, ਤੁਹਾਡਾ ਉਹਦੇ ਵਿੱਚ ਕੀ ਫਰਕ ਰਹਿ ਗਿਆ? ਜੇ ਤੁਹਾਨੂੰ ਕੋਈ ਗਾਲ ਕੱਢਦਾ ਪਿਆ, ਕੋਈ ਕੁਛ ਮਾੜਾ ਚੰਗਾ ਬੋਲਦਾ, ਤੇ ਹੱਥ ਜੋੜ ਦਿਆ ਕਰੋ। ਹੱਥ ਜੋੜ ਕੇ ਕਹਿ ਦਿਆ ਕਰੋ, ਵੀਰ ਜੀ ਮੈਨੂੰ ਮਾਫ ਕਰ ਦਿਓ। ਹੱਥ ਜੋੜਨ ਨਾਲ ਤੁਸੀਂ ਵੱਡੀ ਤੋਂ ਵੱਡੀ ਬਲਾ ਵੀ ਟਾਲ ਸਕਦੀ ਆ, ਵੱਡੀ ਤੋਂ ਵੱਡੀ ਮੁਸੀਬਤ ਵੀ ਟਾਲ ਸਕਦੀ ਆ। ਜੇ ਤੁਸੀਂ ਉਹਦੀਆਂ ਗੱਲਾਂ ਦਾ ਜਵਾਬ ਦਿਓਗੇ, ਤੁਹਾਡਾ ਸਮੇਂ ਵੀ ਖਰਾਬ ਹੋਵੇਗਾ, ਤੁਹਾਡਾ ਮਨ ਵੀ ਖਰਾਬ ਹੋਵੇਗਾ, ਤੁਹਾਡੇ ਅੰਦਰ ਕ੍ਰੋਧ ਜਾਗੇਗਾ। ਤੇ ਇਸ ਕਰਕੇ ਇਹ ਚੀਜ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰਿਆ ਕਰੋ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਨੀਵੇਂ ਹੋ ਕੇ ਚੱਲਣ ਦੀ ਕੋਸ਼ਿਸ਼ ਕਰੋ। ਇਹ ਜੋ ਭਗਤੀ ਦਾ ਸਫ਼ਰ ਆ, ਅਧਿਆਤਮ ਦਾ ਜਿਹੜਾ ਸਫ਼ਰ ਆ, ਰੂਹਾਨੀ ਸਫ਼ਰ ਆ, ਇਹ ਹੱਥ ਜੋੜ ਕੇ ਚੱਲਣ ਵਾਲਾ ਸਫ਼ਰ ਆ, ਨੀਵੇਂ ਹੋ ਕੇ ਚੱਲਣ ਵਾਲਾ ਸਫ਼ਰ ਆ। ਜੇ ਆਪਣੇ ਹੱਥ ਜੋੜਿਆ ਹੀ ਗੱਲ ਬਣਦੀ ਆ, ਪ੍ਰੇਮ ਨਾਲ ਹੀ ਗੱਲ ਬਣਦੀ ਆ, ਤਾਂ ਸਾਨੂੰ ਲੜਾਈ ਝਗੜੇ ਦਾ ਕੀ ਫਾਇਦਾ? ਇਸ ਕਰਕੇ
ਇੱਕ ਦੂਜੇ ਨਾਲ ਪ੍ਰੇਮ ਕਰੋ, ਇੱਕ ਦੂਜੇ ਦਾ ਸਤਿਕਾਰ ਕਰੋ ਤੇ ਰੋਜ਼ ਆਪਣਾ ਭਜਨ ਸਿਮਰਨ ਦਾ ਅਭਿਆਸ ਕਰਦੇ ਰਿਹਾ ਕਰੋ। ਆਪਣਾ ਜੀਵਨ ਇਦਾਂ ਦਾ ਬਣਾਉਣ ਦੀ ਕੋਸ਼ਿਸ਼ ਕਰੋ। ਸੰਸਾਰ ਦੀ ਕਮਾਈ ਦੇ ਨਾਲ ਨਾਲ ਨਾਮ ਸਿਮਰਨ ਦੀ ਕਮਾਈ ਇਕੱਠੀ ਕਰਦੇ ਰਿਹਾ ਕਰੋ। 24 ਘੰਟੇ ਘੱਟੋ ਘੱਟ 2.5-3 ਘੰਟੇ ਰੋਜ਼ ਤੁਹਾਡਾ ਅਭਿਆਸ ਹੋਣਾ ਚਾਹੀਦਾ। ਉਹ ਚੱਲਦੇ ਫਿਰਦੇ, ਉੱਠਦੇ, ਬਹਿੰਦੇ, ਸੌਂਦੇ, ਜਾਗਦੇ ਹਰ ਸਮੇਂ ਤੁਹਾਡੀ ਪ੍ਰਭੂ ਦੀ ਯਾਦ ਬਣੀ ਰਹਿਣੀ ਚਾਹੀਦੀ ਆ ਔਰ ਅੰਤਰ ਵੀ ਸਿਮਰਨ ਚੱਲਦੇ ਰਹਿਣਾ ਚਾਹੀਦਾ। ਫਿਰ ਤੁਸੀਂ ਪਾਸ ਹੋ ਜਾਓਗੇ, ਕਿਉਂਕਿ ਮਨ ਦੀ ਰਫ਼ਤਾਰ ਬੜੀ ਤੇਜ਼ ਆ। ਜਦੋਂ ਇਹਨੂੰ ਬਿਜੀ ਰੱਖਾਂਗੇ, ਇਸ ਮਨ ਤੇ ਬੋਝ ਪਾ ਕੇ ਰੱਖਾਂਗੇ, ਇਹਨੂੰ ਲੱਦ ਕੇ ਰੱਖਾਂਗੇ, ਤਾਂ ਹੀ ਕਿਤੇ ਭੱਜੂਗਾ ਨਹੀਂ ਮਨ। ਮਨ ਨੂੰ ਹਮੇਸ਼ਾ ਹਰ ਸਮੇਂ ਆਪਣੇ ਸਿਮਰਨ ਦੇ ਵਿੱਚ ਲਗਾ ਕੇ ਰੱਖੋ, ਪ੍ਰਭੂ ਦੇ ਚਰਨਾਂ ਨਾਲ ਲਗਾ ਕੇ ਰੱਖੋ ਕਿ ਇਹ ਮਨ ਵਿਹਲਾ ਹੋ ਕੇ ਭਟਕੇ ਨਾ, ਇੱਧਰ ਉੱਧਰ ਭੱਜੇ ਨਾ। ਜਿੰਨਾ ਇਹਨੂੰ ਤੁਸੀਂ ਸਿਮਰਨ ਦੇ ਵਿੱਚ ਬਿਜੀ ਰੱਖੋਗੇ, ਪ੍ਰਭੂ ਦੀ ਯਾਦ ਵਿੱਚ ਵਿਅਸਤ ਰੱਖੋਗੇ, ਤਾਂ ਤੁਹਾਡਾ ਮਨ ਜਲਦੀ ਸ਼ਾਂਤ ਹੋਵੇਗਾ। ਉਹ ਤੁਹਾਡੀ ਜਲਦ ਹੀ ਇਸ ਰਾਸਤੇ ਵਿੱਚ ਤਰੱਕੀ ਹੋਵੇਗੀ। ਉਹ ਤੁਹਾਨੂੰ ਬੈਠਣ ਦਾ ਵੀ ਆਨੰਦ ਮਿਲੇਗਾ। ਦੁਨੀਆ ਦੇ ਬੋਝ ਘਟਾਉਣ ਦੀ ਕੋਸ਼ਿਸ਼ ਕਰੋ, ਆਪਣਾ ਭਾਰ ਘਟਾਉਣ ਦੀ ਕੋਸ਼ਿਸ਼ ਕਰੋ। ਐਵੇਂ ਦੁਨੀਆ ਦੇ ਦੁੱਖ ਇਕੱਠੇ ਨਾ ਕਰੀ ਜਾਓ। ਜਿਹੜੇ ਮੁਸਾਫਿਰ ਹੁੰਦੇ ਨੇ ਉਹ ਘੱਟ ਤੋਂ ਘੱਟ ਬੋਝ ਚੱਕਦੇ ਨੇ, ਘੱਟ ਤੋਂ ਘੱਟ ਸਮਾਨ ਲੈ ਕੇ ਜਾਂਦੇ ਨੇ ਉਹ। ਔਰ ਇਸ ਸੰਸਾਰ ਵਿੱਚ ਪ੍ਰਭੂ ਦੀ ਭਗਤੀ ਤੋਂ ਸਿਵਾ, ਪ੍ਰਭੂ ਦੇ ਨਾਮ ਸਿਮਰਨ ਤੋਂ ਸਿਵਾ ਕੁਝ ਵੀ ਇਕੱਠਾ ਕਰਨ ਨੂੰ ਨਹੀਂ ਹੈਗਾ। ਸੰਸਾਰ ਦੇ ਜੋ ਸੁੱਖ ਪਦਾਰਥ ਨੇ, ਧਨ ਪਦਾਰਥ ਨੇ, ਇਹਨਾਂ ਦਾ ਆਨੰਦ ਲਓ। ਇਹਨਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਨਾ ਕਰੋ। ਜਿਹਨੇ ਅੱਜ ਦਿੱਤੀ ਆ ਉਹ ਕੱਲ ਵੀ ਦਊਗਾ। ਜਿਹਨੇ ਅੱਜ ਇੰਤਜ਼ਾਮ ਕੀਤਾ ਖਾਣ ਪੀਣ ਦਾ, ਉਹ ਕੱਲ ਵੀ ਕਰੇਗਾ। ਅੱਜ ਦੇ ਆਨੰਦ ਲਓ ਆਪਣਾ, ਕੱਲ ਦੀ ਚਿੰਤਾ ਨਾ ਕਰੋ। ਚਿੰਤਾ ਚਿਤਾ ਸਮਾਨ ਆ। ਇੱਕ ਬਾਰ-ਬਾਰ ਆਪਾਂ ਕਹਿੰਦੇ ਆ ਕਿ ਉਸ ਪਿਤਾ ਪਰਮੇਸ਼ਰ ਦੇ ਹੁਕਮ ਬਿਨਾਂ ਪੱਤਾ ਵੀ ਨਹੀਂ ਹਿਲਦਾ। ਫਿਰ ਅਸੀਂ ਐਵੇਂ ਹੀ ਆਪਣੇ ਪੱਤੇ ਹਿਲਾਈ ਜਾ ਰਹੇ ਹਾਂ। ਸਾਰਿਆਂ ਨੂੰ ਪਤਾ ਅਸੀਂ ਇੱਕ ਨਾ ਇੱਕ ਦਿਨ ਸੰਸਾਰ 'ਚ ਜਾਣਾ ਆ, ਇੱਕ ਨਾ ਇੱਕ ਦਿਨ ਮਰਨਾ ਆ, ਪਰ ਫਿਰ ਵੀ ਇਸ ਸੰਸਾਰ ਨੂੰ ਚੀਜ਼ਾਂ ਇਕੱਠੀਆਂ ਕਰਨ ਤੇ ਲੱਗੇ ਹੋਏ ਆ। ਫਿਰ ਵੀ ਦੁਨੀਆ ਦਾ ਬੋਝ ਇਕੱਠਾ ਕਰੀ ਜਾ ਰਹੇ ਆ। ਸਾਰਿਆਂ ਨੂੰ ਪਤਾ ਕਿ ਮੁਕਤੀ ਪ੍ਰਭੂ ਦਾ ਨਾਮ ਜਪ ਕੇ ਹੀ ਹੋਣੀ ਆ, ਪ੍ਰਭੂ ਦੀ ਬੰਦਗੀ ਕਰਕੇ ਹੀ ਮੁਕਤੀ ਮਿਲਣੀ ਆ। ਪਰ ਫਿਰ ਵੀ ਅਸੀਂ ਲੋਕ ਪ੍ਰਭੂ ਦਾ ਨਾਮ ਜਪਣ ਦੀ ਬਜਾਏ ਦੁਨੀਆ ਦਾ ਨਾਮ ਜਪੀ ਜਾ ਰਹੇ ਹਾਂ, ਧਨ ਦੌਲਤਾਂ ਦਾ ਨਾਮ ਜਪੀ ਜਾ ਰਹੇ ਹਾਂ, ਗੱਡੀ ਕਾਰਾਂ ਦਾ ਨਾਮ ਜਪੀ ਜਾ ਰਹੇ ਹਾਂ। ਇਹ ਇਨਸਾਨ ਆਪਣੇ ਆਪ ਨੂੰ ਜਾਣ, ਆਪਣੇ ਆਪ ਨੂੰ ਪਹਿਚਾਨ। ਸਾਰਿਆਂ ਨਾਲ ਪ੍ਰੇਮ ਕਰੋ, ਇੱਕ ਦੂਜੇ ਦਾ ਸਤਿਕਾਰ ਕਰੋ। ਸੰਸਾਰ ਇੱਕ ਖੂਹ ਹੈਗਾ, ਤੁਸੀਂ ਜਿਸ ਤਰ੍ਹਾਂ ਦੀ ਆਵਾਜ਼ ਦੋਗੇ ਉਹੀ ਆਵਾਜ਼ ਤੁਹਾਨੂੰ ਵਾਪਸ ਮਿਲਣੀ ਹੈ। ਜੇ ਤੁਸੀਂ ਦੂਜੇ ਕੋਲੋਂ ਇੱਜ਼ਤ ਚਾਹੁੰਦੇ ਹੋ ਤਾਂ ਪਹਿਲਾਂ ਤੁਸੀਂ ਇੱਜ਼ਤ ਕਰਨੀ ਸਿੱਖੋ। ਜੇ ਤੁਸੀਂ ਕੋਈ ਤੁਹਾਡੀ ਸੁੱਖ ਚਾਹੁੰਦੇ ਹੋ ਤਾਂ ਪਹਿਲਾਂ ਕਿਸੇ ਨੂੰ ਸੁੱਖ ਦੇ ਕੇ ਦੇਣ ਦੀ ਕੋਸ਼ਿਸ਼ ਕਰੋ। ਦੂਜੇ ਨੂੰ ਖੁਸ਼ੀਆਂ ਦੋਗੇ, ਤੁਹਾਨੂੰ ਆਪਣੇ ਆਪ ਖੁਸ਼ੀਆਂ ਮਿਲਣਗੀਆਂ। ਕਿਸੇ ਨੂੰ ਦੁੱਖ ਦੇ ਕੇ ਖੁਸ਼ੀ ਦੀ ਆਸ ਨਾ ਰੱਖਣਾ। ਹੋ ਸਕੇ ਦੂਜਿਆਂ ਦਾ ਭਲਾ ਕਰੋ, ਇੱਕ ਦੂਜੇ ਦੀ ਸਹਾਇਤਾ ਕਰੋ, ਇੱਕ ਦੂਜੇ ਨਾਲ ਪ੍ਰੇਮ ਕਰੋ ਔਰ ਆਪਣਾ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਿਹਾ ਕਰੋ। ਹੱਥ ਕਾਰ ਵੱਲ, ਦਿਲ ਯਾਰ ਵੱਲ ਰੱਖੋ। ਫਿਰ ਤੁਹਾਡੀ ਇੱਕ ਨਾ ਇੱਕ ਦਿਨ ਗੱਲ ਜੂ ਬਣ ਜਾਵੇਗੀ। ਠੀਕ ਹੈ। ਭਗਤੀ ਦੇ ਸਫ਼ਰ ਦੇ ਵਿੱਚ ਕਾਮਯਾਬ ਉਹੀ ਇਨਸਾਨ ਹੋ ਸਕਦਾ ਜਿਹੜਾ ਨਿੰਦਿਆ ਸੁਣਨੀ, ਜਿਹਨੂੰ ਨਿੰਦਿਆ ਸੁਣਨੀ ਆ ਜਾਵੇ। ਕੌਣ ਕੀ ਕਹਿੰਦਾ, ਕੌਣ ਚੰਗਾ ਮਾੜਾ ਕਹਿੰਦਾ, ਇਹਨਾਂ ਗੱਲਾਂ ਵੱਲ ਧਿਆਨ ਨਹੀਂ ਤੁਸੀਂ ਦੇਣਾ। ਤੁਸੀਂ ਆਪਣਾ ਰੋਜ਼ ਅਭਿਆਸ ਕਰਦੇ ਰਹੋ, ਆਪਣੇ ਅੰਦਰੋਂ ਪ੍ਰਮਾਤਮਾ ਦੇ ਨਾਲ ਜੁੜੇ ਰਹੋ। ਇਹਨਾਂ ਗੱਲਾਂ ਵਿੱਚ ਫਸਣ ਦੀ ਲੋੜ ਨਹੀਂ ਹੈਗੀ। ਠੀਕ ਹੈ। ਆਪਣੇ ਗੁਰੂ ਤੇ ਭਰੋਸਾ ਰੱਖੋ, ਗੁਰੂ ਤੇ ਵਿਸ਼ਵਾਸ ਰੱਖੋ ਔਰ ਤੁਸੀਂ ਰੋਜ਼ ਆਪਣਾ ਅਭਿਆਸ ਕਰਦੇ ਰਹੋ। ਗੁਰੂ ਪਲ ਪਲ ਤੁਹਾਡੇ ਨਾਲ ਆ, ਨੇੜੇ ਤੋਂ ਵੀ ਨੇੜੇ ਆ, ਹਰ ਪਲ ਤੁਹਾਡੇ ਨਾਲ ਆ। ਸੱਚੇ ਦਿਲੋਂ ਤੁਸੀਂ ਯਾਦ ਕਰੋਗੇ, ਉਹ ਹਾਜ਼ਰ ਹੋਵੇਗਾ ਤੁਹਾਡੇ ਨਾਲ। ਸੱਚੇ ਦਿਲੋਂ ਨੂੰ ਸਵਾਲ ਕਰੋਗੇ, ਉਹ ਤੁਹਾਨੂੰ ਜਵਾਬ ਦੇਵੇਗਾ। ਪਰ ਉਸ ਤੋਂ ਪਹਿਲਾਂ ਆਪਣੇ ਆਪ ਨੂੰ ਉੱਦਾਂ ਦਾ ਬਣਾ ਲਵੋ।
ਤੁਹਾਡਾ ਅਭਿਆਸ ਪੱਕਾ ਹੋਣਾ ਚਾਹੀਦਾ, ਤੁਹਾਡਾ ਨਿਤਨੇਮ ਪੱਕਾ ਹੋਣਾ ਚਾਹੀਦਾ। ਫਿਰ ਤੁਸੀਂ ਜਦੋਂ ਵੀ ਗੁਰੂ ਨੂੰ ਯਾਦ ਕਰੋਗੇ, ਗੁਰੂ ਹਾਜ਼ਰ ਹੋਵੇਗਾ, ਗੁਰੂ ਤੁਹਾਡੇ ਨਾਲ ਗੱਲਬਾਤ ਕਰੇਗਾ। ਇਹੋ ਜਿਹਾ ਸੌਦਾ ਸੰਸਾਰ 'ਚ ਕਿਤੇ ਵੀ ਨਹੀਂ ਮਿਲਣਾ। ਇੱਕੋ ਕੰਮ ਦਿੱਤਾ ਗੁਰੂ ਨੇ, ਬੰਦਗੀ ਕਰੋ, ਭਗਤੀ ਕਰੋ, ਸਿਮਰਨ ਕਰੋ। ਦੂਜਾ ਕੰਮ ਨਹੀਂ ਉਹਨੇ ਕਿਹਾ, ਇੱਕੋ ਕੰਮ, ਸਿਮਰਨ ਕਰੋ, ਸਿਮਰਨ ਕਰੋ, ਸਿਮਰਨ ਕਰੋ। ਤੁਹਾਡਾ ਨਿਯਮ ਪੱਕਾ ਹੋ ਗਿਆ ਤਾਂ ਸੰਸਾਰ ਦੇ ਤੁਹਾਡੇ ਕੰਮ ਕਾਜ ਸਭ ਆਟੋਮੈਟਿਕ ਚੱਲਣ ਲੱਗ ਪੈਣੇ। ਵੱਧ ਤੋਂ ਵੱਧ ਸਮਾਂ ਤੁਸੀਂ ਲਾਣਾ, ਜਦੋਂ ਸਮਾਂ ਮਿਲਦਾ ਉਹਦੀ ਯਾਦ 'ਚ ਬੈਠ ਜਾਇਆ ਕਰੋ। ਠੀਕ ਹੈ ਨਾ? ਸਮੇਂ ਨੂੰ ਖਰਾਬ ਨਾ ਕਰੋ। ਟਾਈਮ ਪਾਸ ਲਈ ਮੋਬਾਈਲ ਨਾ ਚਲਾਓ, ਟਾਈਮ ਪਾਸ ਲਈ ਗੱਲਾਂ ਬਾਤਾਂ ਨਾ ਕਰੋ। ਜਦੋਂ ਵਿਹਲੇ ਹੁੰਦੇ ਆ, ਪ੍ਰਭੂ ਦੀ ਯਾਦ ਵਿੱਚ ਬਹਿ ਜਾ ਕਰੋ, ਆਪਣਾ ਸਿਮਰਨ ਕਰ ਲਿਆ ਕਰੋ। ਉਦੋਂ ਤੱਕ ਟਿਕੇ ਨਾ ਬੈਠੋ, ਉਦੋਂ ਤੱਕ ਸ਼ਾਂਤ ਨਾ ਬੈਠੋ, ਜਦ ਤੱਕ ਤੁਸੀਂ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ। ਇੱਥੇ ਜੋਤ ਦੇ ਦਰਸ਼ਨ ਨਹੀਂ ਕਰ ਪਾਉਂਦੇ, ਇੱਥੇ ਪ੍ਰਕਾਸ਼ ਦੇ ਦਰਸ਼ਨ ਨਹੀਂ ਕਰ ਪਾਉਂਦੇ, ਉਦੋਂ ਤੱਕ ਟਿਕੇ ਨਾ ਬੈਠੋ। ਰੋਜ਼ ਅਭਿਆਸ ਕਰੋ, ਵੱਧ ਤੋਂ ਵੱਧ ਸਮਾਂ ਲਗਾਓ। ਜੋ ਤੁਹਾਡੀ ਇੱਥੇ ਗੱਲ ਬਣ ਗਈ ਤਾਂ ਫਿਰ ਤੁਹਾਡਾ ਚੱਲਦੇ ਫਿਰਦੇ ਉੜਦੇ ਬਹਿੰਦੇ ਤੁਹਾਡਾ ਉਹ ਅਵਸਥਾ ਉਹ ਬਣੀ ਰਹਿਣੀ ਹੈ। ਉਦੋਂ ਤੱਕ ਆਪਣਾ ਇਕਾਗਰ ਹੋ ਕੇ, ਸ਼ਾਂਤ ਹੋ ਕੇ, ਚੌਂਕੜੀ ਮਾਰ ਕੇ ਬੈਠ ਜਾਇਆ ਕਰੋ। ਰੋਜ਼ ਆਪਣਾ ਸਿਮਰਨ ਕਰੋ ਅੰਤਰ ਵਿੱਚ। ਸਵਾਸ ਆ ਸਿਮਰਨ ਕਰੋ। ਠੀਕ ਆ? ਆਪ ਜੀ ਦੀ ਇੱਕ ਨਾ ਇੱਕ ਦਿਨ ਗੱਲ ਜ਼ਰੂਰ ਬਣ ਜਾਵੇਗੀ। ਦਾਸ ਦੀ ਬੇਨਤੀ ਪ੍ਰਵਾਨ ਕਰਨਾ। ਜੇ ਵਿਚਾਰ ਚੰਗੇ ਲੱਗੇ ਹੋਣ, ਤਾਂ ਚੰਗੇ ਲੱਗੇ ਹੋਣ ਤਾਂ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰਨੀ ਆ, ਇਹਨਾਂ ਤੇ ਅਮਲ ਕਰਨਾ ਆ ਤੇ ਆਪਣਾ ਜੀਵਨ ਉੱਦਾਂ ਦੀ ਬਣਾਉਣ ਦੀ ਕੋਸ਼ਿਸ਼ ਕਰਨੀ ਆ। ਔਰ ਮੇਰੀ ਆਪ ਦੇ ਚਰਨਾਂ 'ਚ ਇੱਕ ਬੇਨਤੀ ਆ ਕਿ ਕਿਸੇ ਵੀ ਵੀਰ ਨੇ, ਭਰਾ ਨੇ, ਭੈਣ ਨੇ ਆਪਣੇ ਘਰ ਦੇ ਵਿੱਚ ਸਿਮਰਨ ਕਰਾਉਣਾ ਹੋਵੇ ਤਾਂ ਉਹ ਦਾਸ ਨੂੰ ਕੰਟੈਕਟ ਕਰ ਸਕਦਾ। 1 ਘੰਟੇ ਦਾ ਸਿਮਰਨ ਹੋਵੇਗਾ, ਪੌਣਾ ਘੰਟੇ ਜਾਂ 1 ਘੰਟੇ ਸਿਮਰਨ ਹੋਵੇਗਾ। ਉਹ ਤੋਂ ਬਾਅਦ ਤੁਸੀਂ ਚਾਹ ਪਿਲਾਣੀ ਆ ਜਾਂ ਕੋਈ ਪ੍ਰਸ਼ਾਦ ਵੰਡਣਾ ਜਾਂ ਲੰਗਰ ਲਾਣਾ, ਇਹ ਤੁਹਾਡੀ ਮਰਜ਼ੀ ਆ। ਠੀਕ ਹੈ? ਕਿਸੇ ਨੇ ਵੀਰ ਭੈਣ ਨੇ, ਭਰਾ ਨੇ ਆਪਣੇ ਘਰ ਸਿਮਰਨ ਕਰਾਉਣਾ ਹੋਵੇ ਦਾਸ ਦੇ ਕੋਲੋਂ ਤਾਂ ਦਾਸ ਨੂੰ ਦਾਸ ਦੇ ਨੰਬਰ ਤੇ ਕੰਟੈਕਟ ਕਰ ਸਕਦਾ। ਦਾਸ ਦਾ ਨੰਬਰ ਹੈਗਾ 9641800786। ਜਿਸ ਨੂੰ ਵੀ ਵੀਰ ਭੈਣ ਨੇ ਆਪਣੇ ਘਰ ਦੇ ਵਿੱਚ ਸਿਮਰਨ ਕਰਾਉਣਾ ਹੋਵੇ ਤਾਂ ਉਹ ਦਾਸ ਨੂੰ ਮੇਰੇ ਨੰਬਰ ਤੇ ਕੰਟੈਕਟ ਕਰ ਸਕਦਾ। ਦਾਸ ਆਪ ਜੀ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਆ। ਪਰ ਦਾਸ ਦੀ ਇੱਕ ਸ਼ਰਤ ਆ, ਜਦੋਂ ਵੀ ਤੁਸੀਂ ਦਾਸ ਨੂੰ ਆਪਣੇ ਘਰ ਬੁਲਾਉਣਾ ਹੈਗਾ ਤਾਂ ਸੰਸਾਰ ਦੀ ਕੋਈ ਗੱਲ ਨਹੀਂ ਕਰਨੀ, ਸਵਾਰਥ ਦੀ ਕੋਈ ਗੱਲ ਨਹੀਂ ਕਰਨੀ, ਪਰਮਾਰਥ ਦੀ ਗੱਲ ਕਰਨੀ ਆ। ਰੱਬ ਦੀ ਗੱਲ ਕਰਨੀ ਹੈ, ਜੱਬ ਦੀ ਕੋਈ ਗੱਲ ਨਹੀਂ ਕਰਨੀ। ਕਈ ਵਾਰ ਦਾਸ ਨੂੰ ਸੰਗਤ ਦੇ ਘਰ ਜਾਣ ਦਾ, ਸਿਮਰਨ ਕਰਾਉਣ ਦਾ ਮੌਕਾ ਮਿਲਦਾ। ਜਦੋਂ ਸਿਮਰਨ ਕਰਾ ਕੇ ਹਟਦੇ ਆ ਤਾਂ ਆਪਣੇ ਸੰਸਾਰ ਦੇ ਰੋਣੇ ਧੋਣੇ ਲੈ ਕੇ ਬਹਿ ਜਾਂਦੇ ਆ। ਦੇਖੋ, ਤੁਹਾਡੇ ਆਪਣੇ ਕਰਮ ਹੈਗੇ ਆ, ਇਹ ਤੁਸੀਂ ਕੰਡੇ ਇਹ ਬੀਜੇ ਹੋਏ ਆ ਤੇ ਉਹ ਕੰਡਿਆਂ ਦਾ ਭੁਗਤਾਨ ਤੁਹਾਨੂੰ ਕਰਨਾ ਹੀ ਪੈਣਾ। ਠੀਕ ਹੈ ਨਾ? ਔਰ ਜੇ ਤੁਸੀਂ ਰੋਜ਼ ਅਭਿਆਸ ਕਰੋਗੇ, ਰੋਜ਼ ਸਿਮਰਨ ਕਰੋਗੇ ਤਾਂ ਤੁਹਾਡੇ ਜਿਹੜੇ ਕਰਮ ਆ ਹਲਕੇ ਹੋ ਜਾਓਗੇ, ਸੂਲੀ ਦੇ ਸੂਲ ਬਣ ਜਾਓਗੇ। ਤਾਂ ਦੁੱਖ ਆਉਂਗੇ, ਤੁਹਾਨੂੰ ਪਤਾ ਨਹੀਂ ਲੱਗਣਾ। ਇਹ ਜੀ ਨਾਮ ਦੇ ਵਿੱਚ, ਪ੍ਰਭੂ ਦੇ ਸਿਮਰਨ ਦੇ ਵਿੱਚ ਸ਼ਕਤੀ ਆ, ਤਾਕਤ ਆ। ਤੁਹਾਡੇ ਵੱਡੇ ਵੱਡੇ ਕਰਮਾਂ ਨੂੰ ਵੀ ਉਹ ਕੱਟ ਸਕਦੀ ਆ, ਸੂਲੀ ਤੋਂ ਸੂਲ ਬਣਾ ਸਕਦੀ ਆ। ਠੀਕ ਹੈ ਨਾ? ਤੇ ਤੁਸੀਂ ਆਪਣਾ ਰੋਜ਼ ਸਿਮਰਨ ਕਰਦੇ ਰਹੋ, ਰੋਜ਼ ਅਭਿਆਸ ਪੱਕਾ ਰੱਖੋ ਆਪਣਾ। ਠੀਕ ਹੈ ਨਾ? ਜਿਸ ਵੀ ਵੀਰ ਭੈਣ ਨੇ ਆਪਣੇ ਘਰ ਸਿਮਰਨ ਕਰਾਉਣ ਲਈ ਬੁਲਾਣਾ ਤਾਂ ਦਾਸ ਦੇ ਨਾਲ ਕਦੇ ਵੀ ਸੰਸਾਰ ਦੀ ਕੋਈ ਗੱਲ ਨਹੀਂ ਕਰਨੀ। ਸਿਰਫ ਰੱਬ ਦੀ ਗੱਲ ਹੋਣੀ ਚਾਹੀਦੀ ਆ, ਪ੍ਰਭੂ ਦੀ ਭਗਤੀ ਦੀ ਗੱਲ ਹੋਣੀ ਚਾਹੀਦੀ ਆ, ਸਿਮਰਨ ਦੀ ਗੱਲ ਹੋਣੀ ਚਾਹੀਦੀ ਆ। ਠੀਕ ਹੈ? ਦਾਸ ਦੀ ਕੋਈ ਸੇਵਾ ਨਹੀਂ ਹੈਗੀ, ਕੋਈ ਫੀਸ ਨਹੀਂ ਹੈਗੀ, ਇਹ ਫ੍ਰੀ ਆ ਬਿਲਕੁਲ। ਮੈਂ ਆਪ ਜੀ ਦੀ ਸੇਵਾ ਹਮੇਸ਼ਾ ਹਾਜ਼ਰ ਰਵਾਂਗਾ। ਜਿਸ ਵੀ ਵੀਰ ਭੈਣ ਨੇ ਆਪਣੇ ਘਰ ਦੇ ਵਿੱਚ ਸਿਮਰਨ ਕਰਾਉਣਾ ਹੋਵੇ ਤਾਂ ਦਾਸ ਨੂੰ ਦਾਸ ਦੇ ਨੰਬਰ ਤੇ 9641800786 ਤੇ ਗੱਲ ਕਰ ਸਕਦਾ। ਠੀਕ ਹੈ? ਜਿਸ ਵੀ ਵੀਰ ਭੈਣ ਨੇ ਸਿਮਰਨ ਕਰਨਾ ਹੋਵੇ ਤਾਂ ਦਾਸ ਨੂੰ ਕੰਟੈਕਟ ਕਰ ਸਕਦਾ। ਠੀਕ ਆ? ਇਸ ਸੇਵਾ ਦਾ ਕੋਈ ਫੀਸ ਨਹੀਂ ਹੈਗੀ, ਬਿਲਕੁਲ ਫ੍ਰੀ ਹੈਗਾ। ਔਰ ਮੈਨੂੰ ਇਹੀ ਉਮੀਦ ਹੁੰਦੀ ਹੈ ਕਿ ਕੋਈ ਪ੍ਰਭੂ ਦੇ ਨਾਲ ਜੁੜ ਜਾਵੇ,
ਹਨਾ, ਘਰ ਦਾ ਇੱਕ ਜੀਵ ਵੀ ਮੈਨੂੰ ਮਿਲ ਗਿਆ, ਹਨਾ, ਅਸੀਂ ਪਾਸ ਹਾਂ। ਅਸੀਂ ਹੀਰੇ ਇਕੱਠੇ ਕਰਨੇ ਆ, ਕੋਡੀਆਂ ਨਹੀਂ ਇਕੱਠੇ ਕਰਨੀਆਂ। ਠੀਕ ਹੈ ਨਾ। ਪ੍ਰਭੂ ਦੇ ਨਾਲ ਜੁੜੋ, ਆਪਣੇ ਜੀਵਨ ਦੇ ਮਕਸਦ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ। ਇਹ ਜੀਵਨ ਬਾਰ-ਬਾਰ ਨਹੀਂ ਮਿਲਦਾ। 84 ਲੱਖ ਜੋਨੀਆਂ ਭੋਗਣ ਤੋਂ ਬਾਅਦ, ਦਰਖਤ, ਕੀੜੇ ਮਕੌੜੇ, ਪਸ਼ੂ ਬਣਨ ਤੋਂ ਬਾਅਦ ਕਿਤੇ ਜਾ ਕੇ ਸਾਨੂੰ ਇਹ ਸਰੀਰ ਮਿਲਦਾ, ਮਨੁੱਖੀ ਜਾਮਾ ਮਿਲਦਾ। ਇਹਨੂੰ ਲੇਖੇ ਲਾ ਲਓ, ਆਪਣੇ ਜੀਵਨ ਨੂੰ ਭਗਤੀ ਕਰਕੇ ਸਫਲ ਕਰ ਲਓ। ਮੁਕਤੀ ਮਿਲਣੀ ਆ ਤਾਂ ਭਗਤੀ ਕਰਕੇ ਹੀ ਮਿਲਣੀ ਆ। ਮਰ ਕੇ ਮੁਕਤੀ ਨਹੀਂ ਮਿਲਦੀ, ਜਿੰਦੇ ਜੀ ਮੁਕਤੀ ਮਿਲਦੀ ਆ ਭਜਨ ਸਿਮਰਨ ਕਰਕੇ, ਬੰਦਗੀ ਕਰਕੇ। ਆਪਣੇ ਜੀਵਨ ਦੇ ਮਕਸਦ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ। ਠੀਕ ਆ। ਦਾਸ ਦੀ ਬੇਨਤੀ ਪ੍ਰਵਾਨ ਕਰਨੀ ਆ। ਦਾਸ ਆਪਦੇ ਫੋਨ ਦਾ ਇੰਤਜ਼ਾਰ ਕਰੇਗਾ। ਜੈ ਲਖਦਾਤਾ ਪੀਰ ਦੀ, ਮੌਜ ਫਕੀਰ ਦੀ।